ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਮੈਰਿਟ ਲਿਸਟ ਬਾਰੇ। ਉਹਦੇ ਤੇ ਆਪਣਾ ਨਾਂ ਕਿਵੇਂ ਲਿਆਉਣਾ ਹੈ, ਆਪਾਂ ਉਸ ਪੂਰੀ ਰਣਨੀਤੀ ਨੂੰ ਸਮਝਾਂਗੇ। ਇੱਕ ਤਰ੍ਹਾਂ ਨਾਲ ਟੌਪਰਾਂ ਦੇ ਸਾਰੇ ਰਾਜ਼ ਖੋਲਾਂਗੇ। ਅੱਛਾ, ਇੱਕ ਸਵਾਲ ਹੈ ਜਿਹੜਾ ਹਰ ਸਟੂਡੈਂਟ ਦੇ ਦਿਮਾਗ 'ਚ ਘੁੰਮਦਾ ਹੈ ਕਿ ਜਿਹੜੇ ਮੈਰਿਟ ਲਿਸਟ 'ਚ ਆਉਂਦੇ ਨੇ ਕਿ ਉਹਨਾਂ ਕੋਲ ਕੋਈ ਜਾਦੂ ਦੀ ਛੜੀ ਹੁੰਦੀ ਹੈ। ਮਤਲਬ ਇਹ ਸਾਰਾ ਕਮਾਲ ਕਿਸਮਤ ਦਾ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਪੱਕਾ ਤਰੀਕਾ ਵੀ ਹੈਗਾ ਹੈ। ਤਾਂ ਸਭ ਤੋਂ ਪਹਿਲਾਂ ਨਾ ਇਸ ਗੱਲ ਨੂੰ ਬਿਲਕੁਲ ਸਾਫ਼ ਕਰ ਲਈਏ। ਸੱਚ ਤਾਂ ਇਹ ਆ ਕਿ ਮੈਰਿਟ ਕੋਈ ਜਾਦੂ ਨਹੀਂ ਹੁੰਦਾ, ਇਹ ਸਿਰਫ ਇੱਕ ਭੁੱਲ-ਲੇਖਾ ਹੈ ਤੇ ਅੱਜ ਆਪਾਂ ਇਸ ਭੁੱਲ-ਲੇਖੇ ਨੂੰ ਪੂਰੀ ਤਰ੍ਹਾਂ ਤੋੜ ਦੇਣਾ ਹੈ। ਤਾਂ ਫਿਰ ਸਵਾਲ ਇਹ ਆ ਕਿ ਜੇ ਇਹ ਜਾਦੂ ਨਹੀਂ ਤਾਂ ਫਿਰ ਹੈ ਕੀ? ਵੈਲ, ਇਹ ਇੱਕ ਪੂਰਾ ਸਿਸਟਮ ਹੈ, ਇੱਕ ਸੋਚਿਆ ਸਮਝਿਆ ਤਰੀਕਾ। ਤੇ ਅੱਜ ਆਪਾਂ ਇਸੇ ਸਿਸਟਮ ਦਾ ਪੂਰਾ ਬਲੂਪ੍ਰਿੰਟ ਸਮਝਣ ਵਾਲੇ ਹਾਂ। ਚਲੋ ਫਿਰ ਸ਼ੁਰੂ ਕਰਦੇ ਹਾਂ ਤੇ ਦੇਖਦੇ ਹਾਂ ਕਿ ਇਹ ਕੰਮ ਕਿਵੇਂ ਕਰਦਾ। ਦੇਖੋ, ਜਿਵੇਂ ਕਿਸੇ ਵੱਡੀ ਇਮਾਰਤ ਲਈ ਇੱਕ ਮਜ਼ਬੂਤ ਨੀਂਹ ਜ਼ਰੂਰੀ ਹੁੰਦੀ ਹੈ ਨਾ, ਬਿਲਕੁਲ ਉਸੇ ਤਰ੍ਹਾਂ ਸਫਲਤਾ ਦੀ ਨੀਂਹ ਵੀ ਪੱਕੀ ਹੋਣੀ ਚਾਹੀਦੀ ਹੈ। ਤੇ ਪੜ੍ਹਾਈ ਦੇ ਮਾਮਲੇ 'ਚ ਇਹ ਨੀਂਹ ਬਣਦੀ ਹੈ ਸਹੀ ਔਜ਼ਾਰਾਂ, ਯਾਨੀ ਕਿ ਸਹੀ ਸਟੱਡੀ ਮਟੀਰੀਅਲ ਅਤੇ ਸਹੀ ਤਰੀਕੇ ਨਾਲ। ਤਾਂ ਫਿਰ ਸਭ ਤੋਂ ਵੱਡੀ ਚਾਬੀ, ਸਭ ਤੋਂ ਵੱਡਾ ਸੀਕ੍ਰੇਟ ਕੀ ਹੈ? ਉਹ ਹੈ ਸਿਲੇਬਸ ਅਤੇ ਐਗਜ਼ਾਮ ਦਾ ਬਲੂਪ੍ਰਿੰਟ। ਹਾਂਜੀ, ਇਹਨਾਂ ਦੋਵਾਂ ਨੂੰ ਚੰਗੀ ਤਰ੍ਹਾਂ ਸਮਝਣਾ। ਮਤਲਬ ਪਹਿਲਾਂ ਉਹਨਾਂ ਚੈਪਟਰਾਂ ਤੇ ਫੋਕਸ ਕਰਨਾ ਜਿਨ੍ਹਾਂ ਦੀ ਵੇਟੇਜ ਸਭ ਤੋਂ ਵੱਧ ਹੈ, ਜਿਨ੍ਹਾਂ 'ਚੋਂ ਜ਼ਿਆਦਾ ਸਵਾਲ ਆਉਂਦੇ ਨੇ। ਅਸਲੀ ਸਮਾਰਟ ਵਰਕ ਉਹ ਇੱਥੋਂ ਹੀ ਸ਼ੁਰੂ ਹੁੰਦਾ। ਹੁਣ ਦੇਖੋ, ਪੜ੍ਹਾਈ ਕਰਨ ਦੇ ਨਾ ਮੋٹے-ਮੋٹے ਦੋ ਤਰੀਕੇ ਨੇ। ਇੱਕ ਤਾਂ ਹੈਗਾ ਰੱਟਾ ਲਾਉਣਾ, ਬਸ ਚੀਜ਼ਾਂ ਨੂੰ ਬਿਨਾਂ ਸੋਚੇ ਸਮਝੇ ਯਾਦ ਕਰੀ ਜਾਣਾ। ਤੇ ਦੂਜਾ ਤਰੀਕਾ ਹੈ ਡੂੰਘਾਈ ਨਾਲ ਸਮਝਣਾ, ਯਾਨੀ ਹਰ ਚੀਜ਼ ਦੇ ਪਿੱਛੇ ਦਾ ਕਿਉਂ ਤੇ ਕਿਵੇਂ ਜਾਣਨਾ। ਤੇ ਇੱਕ ਗੱਲ ਪੱਕੀ ਹੈ, ਮੈਰਿਟ ਲਿਸਟ 'ਚ ਨਾ ਰੱਟੇ ਨਾਲ ਨਹੀਂ, ਸਗੋਂ ਸਮਝ ਨਾਲ ਹੀ ਆਉਂਦਾ ਹੈ। ਤਾਂ ਪੜ੍ਹਨਾ ਕਿੱਥੋਂ ਹੈ? ਦੇਖੋ, ਜੇ ਕੋਈ ਇੱਕ ਕਿਤਾਬ ਪੜ੍ਹਾਈ ਦੀ ਬਾਈਬਲ ਹੈ ਤਾਂ ਉਹ ਹੈ NCERT ਤੇ PSCB ਦੀਆਂ ਕਿਤਾਬਾਂ। ਬਸ ਇਹਨਾਂ ਤੇ ਹੀ ਫੋਕਸ ਕਰਨਾ ਹੈ। ਇਹਨਾਂ ਦੀ ਇੱਕ-ਇੱਕ ਲਾਈਨ, ਹਰ ਡੈਫੀਨੇਸ਼ਨ, ਹਰ ਡਾਇਗਰਾਮ, ਹਰ ਟੇਬਲ, ਸਭ ਕੁਝ ਬਹੁਤ ਜ਼ਰੂਰੀ ਹੈ। ਇੱਧਰ-ਉੱਧਰ ਦੀਆਂ ਵਾਧੂ ਕਿਤਾਬਾਂ ਤੇ ਧਿਆਨ ਦੇਣਾ ਮਤਲਬ ਸਿੱਧਾ ਟਾਈਮ ਖਰਾਬ ਕਰਨਾ। ਚਲੋ ਮੰਨ ਲਿਆ ਕਿ ਸਭ ਕੁਝ ਚੰਗੀ ਤਰ੍ਹਾਂ ਪੜ੍ਹ ਲਿਆ, ਸਮਝ ਲਿਆ, ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਕਿਉਂਕਿ ਜੋ ਪੜ੍ਹਿਆ ਏ ਉਸ ਨੂੰ ਪੇਪਰ ਤੇ ਸਹੀ ਤਰੀਕੇ ਨਾਲ ਲਿਖਣਾ, ਇਹ ਆਪਣੇ ਆਪ 'ਚ ਇੱਕ ਕਲਾ ਹੈ। ਤਾਂ ਆਓ ਹੁਣ ਇਸੇ ਪ੍ਰੈਜ਼ੈਂਟੇਸ਼ਨ ਦੀ ਕਲਾ ਤੇ ਗੱਲ ਕਰੀਏ। ਇੱਕ ਗੱਲ ਹਮੇਸ਼ਾ ਯਾਦ ਰੱਖਣੀ, ਮੈਰਿਟ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਕਿੰਨਾ ਕੁਝ ਪਤਾ ਹੈ, ਬਲਕਿ ਇਸ ਗੱਲ ਤੇ ਕਰਦੀ ਹੈ ਕਿ ਪੇਪਰ ਤੇ ਕਿੰਨਾ ਕੁਝ ਦਿਖਾਇਆ ਗਿਆ ਹੈ। ਸੋਚ ਕੇ ਦੇਖੋ, ਐਗਜ਼ਾਮੀਨਰ ਨੂੰ ਤਾਂ ਸਿਰਫ ਉਹੀ ਦਿਸਣਾ ਜੋ ਆਨਸਰ ਸ਼ੀਟ ਤੇ ਲਿਖਿਆ ਹੈ। ਇਸ ਲਈ ਜੇ ਪ੍ਰੈਜ਼ੈਂਟੇਸ਼ਨ ਵਧੀਆ ਹੈ ਤਾਂ ਨੰਬਰ ਆਪਣੇ ਆਪ ਵੱਧ ਜਾਂਦੇ ਨੇ। ਤਾਂ ਫਿਰ ਇੱਕ ਵਧੀਆ ਜਵਾਬ ਕਿਵੇਂ ਲਿਖੀਏ? ਇਹ 5 ਸੌਖੇ ਜਿਹੇ ਕਦਮ ਨੇ ਜਿਹੜੇ ਬਹੁਤ ਕੰਮ ਆਉਂਦੇ ਨੇ। ਪਹਿਲਾ, ਹੈਡਿੰਗ ਨੂੰ ਹਮੇਸ਼ਾ ਅੰਡਰਲਾਈਨ ਕਰੋ। ਦੂਜਾ, ਲੰਬੇ ਪੈਰਿਆਂ ਦੀ ਥਾਂ ਪੁਆਇੰਟਸ ਵਿੱਚ ਲਿਖੋ। ਤੀਜਾ, ਜਿਹੜੇ ਜ਼ਰੂਰੀ ਸ਼ਬਦ ਨੇ, ਕੀਵਰਡਸ, ਉਹਨਾਂ ਨੂੰ ਹਾਈਲਾਈਟ ਕਰੋ। ਚੌਥਾ, ਜਿੱਥੇ ਵੀ ਹੋ ਸਕੇ ਡਾਇਗਰਾਮ ਜ਼ਰੂਰ ਬਣਾਓ। ਤੇ ਪੰਜਵਾਂ, ਜਵਾਬ ਨੂੰ ਬਹੁਤ ਲੰਬਾ ਨਾ ਖਿੱਚੋ, ਸਮਾਰਟ ਤੇ ਟੂ ਦੀ ਪੁਆਇੰਟ ਰਹੋ। ਠੀਕ ਹੈ, ਕਿਤਾਬਾਂ ਪਤਾ ਲੱਗ ਗਈਆਂ, ਲਿਖਣ ਦਾ ਤਰੀਕਾ ਵੀ ਸਮਝ ਆ ਗਿਆ, ਪਰ ਇਹ ਸਭ ਕੁਝ ਕਰਨ ਲਈ ਇੱਕ ਸਿਸਟਮ ਬਣਾਉਣਾ ਪੈਂਦਾ ਹੈ, ਇੱਕ ਰੋਜ਼ਾਨਾ ਦੀ ਰੂਟੀਨ। ਕਿਉਂਕਿ ਸਫਲਤਾ ਇੱਕ ਦਿਨ 'ਚ ਨਹੀਂ ਮਿਲਦੀ, ਇਹ ਤਾਂ ਰੋਜ਼ ਦੀਆਂ ਛੋਟੀਆਂ ਸਹੀ ਆਦਤਾਂ ਦਾ ਨਤੀਜਾ ਹੁੰਦੀ ਹੈ। ਤਾਂ ਇੱਕ ਟੌਪਰ ਦੀ ਰੂਟੀਨ ਆਮ ਤੌਰ ਤੇ ਕਿਹੋ ਜਿਹੀ ਹੁੰਦੀ ਹੈ? ਆ ਦੇਖੋ, ਹਫਤੇ ਦੇ ਦਿਨਾਂ 'ਚ ਰੋਜ਼ਾਨਾ 6 ਤੋਂ 7 ਘੰਟੇ ਦੀ ਪੜ੍ਹਾਈ, ਇੱਕ ਦਿਨ 'ਚ 2 ਸਬਜੈਕਟ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਸੇ ਦੀ ਰਿਵੀਜ਼ਨ। ਤੇ ਫਿਰ ਐਤਵਾਰ ਨੂੰ ਕੀ? ਐਤਵਾਰ ਨੂੰ ਕੋਈ ਨਵੀਂ ਚੀਜ਼ ਨਹੀਂ, ਸਿਰਫ ਇੱਕ ਪੂਰਾ 3 ਘੰਟੇ ਦਾ ਮੌਕ ਟੈਸਟ ਦੇਣਾ ਤੇ ਫਿਰ ਉਸ ਨੂੰ ਐਨਾਲਾਈਜ਼ ਕਰਕੇ ਆਪਣੀਆਂ ਗਲਤੀਆਂ ਸੁਧਾਰਨੀਆਂ। ਪਰ ਰੂਟੀਨ ਭਾਵੇਂ ਜਿੰਨੀ ਮਰਜ਼ੀ ਵਧੀਆ ਹੋਵੇ, ਜੇ ਇੱਕ ਚੀਜ਼ ਮਿਸਿੰਗ ਹੈ ਤਾਂ ਸਾਰੀ ਮਿਹਨਤ ਤੇ ਪਾਣੀ ਫਿਰ ਸਕਦਾ। ਤੇ ਉਹ ਚੀਜ਼ ਹੈ ਰਿਵੀਜ਼ਨ, ਯਾਨੀ ਦੁਹਰਾਈ। ਕਿਉਂਕਿ ਜੇ ਦੁਹਰਾਈ ਨਹੀਂ ਕਰਾਂਗੇ ਤਾਂ ਜਿੰਨਾ ਮਰਜ਼ੀ ਪੜ੍ਹ ਲਈਏ, ਸਮੇਂ ਨਾਲ ਸਭ ਕੁਝ ਦਿਮਾਗ 'ਚੋਂ ਨਿਕਲ ਜਾਣਾ ਹੈ। ਤਾਂ ਫਿਰ ਦੁਹਰਾਈ ਕਰਨ ਦਾ ਸਹੀ ਤਰੀਕਾ ਕੀ ਹੈ? ਇਹ ਹੈ 3 ਸਟੈਪ ਫਾਰਮੂਲਾ। ਪਹਿਲੀ ਰਿਵੀਜ਼ਨ ਉਦੋਂ ਕਰੋ ਜਦੋਂ ਸਿਲੇਬਸ ਪੂਰਾ ਖਤਮ ਹੋ ਜਾਵੇ। ਉਸ ਤੋਂ ਠੀਕ 15 ਦਿਨਾਂ ਬਾਅਦ ਦੂਜੀ ਵਾਰ ਸਭ ਕੁਝ ਦੁਹਰਾਓ ਤੇ ਫਿਰ ਪੇਪਰਾਂ ਤੋਂ ਬਿਲਕੁਲ ਪਹਿਲਾਂ ਇੱਕ ਆਖਰੀ ਤੇਜ਼ ਰਿਵੀਜ਼ਨ ਕਰੋ। ਇਸ ਤਰੀਕੇ ਨਾਲ ਸਭ ਕੁਝ ਦਿਮਾਗ 'ਚ ਪੱਕਾ ਹੋ ਜਾਂਦਾ। ਹੁਣ ਆਉਂਦੀ ਹੈ ਸਭ ਤੋਂ ਜ਼ਰੂਰੀ ਗੱਲ, ਇੱਕ ਅਜਿਹੀ ਚੀਜ਼ ਜਿਸ ਦੀ ਕੀਮਤ ਸੋਨੇ ਤੋਂ ਘੱਟ ਨਹੀਂ, ਤੇ ਉਹ ਹੈ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ, ਯਾਨੀ ਕਿ PYQs। ਪਰ ਇਹ ਸੋਨੇ ਵਰਗੇ ਕਿਉਂ ਨੇ? ਕਿਉਂਕਿ ਬੋਰਡ ਦੇ ਪੇਪਰਾਂ 'ਚ ਨਾ ਸਵਾਲ ਬਾਰ-ਬਾਰ ਰਿਪੀਟ ਹੁੰਦੇ ਨੇ। ਨਿਊਮੈਰੀਕਲਸ ਦਾ ਪੈਟਰਨ ਲਗਭਗ ਉਹੀ ਰਹਿੰਦਾ, ਥਿਉਰੀ ਦੀਆਂ ਮੇਨ ਲਾਈਨਾਂ ਵੀ ਵਾਪਸ ਆ ਜਾਂਦੀਆਂ ਨੇ। ਸਿੱਧੀ ਜੀ ਗੱਲ ਏ, ਜੇ PYQs ਛੱਡ ਦਿੱਤੇ ਤਾਂ ਸਮਝੋ ਮੈਰਿਟ ਲਿਸਟ ਵੀ ਹੱਥ ਹੋ ਗਈ। ਚਲੋ ਜੀ, ਹੁਣ ਆਪਾਂ ਪਹੁੰਚ ਗਏ ਹੈ ਆਖਰੀ ਪੜਾਅ ਤੇ, ਫਾਈਨਲ ਕਾਊਂਟਡਾਊਨ, ਯਾਨੀ ਪੇਪਰਾਂ ਤੋਂ ਪਹਿਲਾਂ ਦੇ ਆਖਰੀ 30 ਦਿਨ। ਇਹ ਉਹ ਸਮਾਂ ਹੁੰਦਾ ਹੈ ਜਦੋਂ ਜਾਂ ਤਾਂ ਗੇਮ ਬਣ ਜਾਂਦੀ ਹੈ ਜਾਂ ਵਿਗੜ ਜਾਂਦੀ ਹੈ।
ਤਾਂ ਇਸ ਆਖਰੀ ਮਹੀਨੇ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ? ਧਿਆਨ ਸਿਰਫ ਕੁਝ ਚੀਜ਼ਾਂ ਤੇ ਦੇਣਾ ਹੈ। PYQs ਤੇ ਮੌਕ ਪੇਪਰ, ਜਿਹੜੇ ਟੌਪਿਕ ਕਮਜ਼ੋਰ ਨੇ ਉਹਨਾਂ ਤੇ ਲਿਖਣ ਦੀ ਸਪੀਡ ਤੇ ਸਫਾਈ ਤੇ ਬਚਣਾ ਕਿਹੜੀਆਂ ਚੀਜ਼ਾਂ ਤੋਂ ਹੈ? ਕੋਈ ਨਵਾਂ ਟੌਪਿਕ ਸ਼ੁਰੂ ਕਰਨ ਤੋਂ, ਰੋਜ਼ ਨਾ ਪੜਨ ਤੋਂ ਤੇ ਓਵਰ ਕੌਨਫੀਡੈਂਸ ਤੋਂ। ਦੇਖੋ, ਤਿਆਰੀ ਜਿੰਨੀ ਮਰਜ਼ੀ ਕਰ ਲਈ ਹੋਵੇ, ਪਰ ਆਖਰੀ ਦੌਰ 'ਚ ਸਭ ਤੋਂ ਵੱਡੀ ਜੰਗ ਕਿਤਾਬਾਂ ਨਾਲ ਨਹੀਂ, ਆਪਣੇ ਦਿਮਾਗ ਨਾਲ ਹੁੰਦੀ ਏ। ਸਟ੍ਰੈਸ, ਟੈਨਸ਼ਨ, ਘਬਰਾਹਟ, ਇਹਨਾਂ ਚੀਜ਼ਾਂ ਨੂੰ ਕਾਬੂ ਕਰਨਾ ਹੀ ਅਸਲੀ ਚੈਲੰਜ ਹੁੰਦਾ ਹੈ। ਤਾਂ ਫਿਰ ਇਸ ਮਾਨਸਿਕ ਤਣਾਅ ਨਾਲ ਕਿਵੇਂ ਲੜਿਆ ਜਾਵੇ? ਕੁਝ ਗੱਲਾਂ ਧਿਆਨ 'ਚ ਰੱਖੋ, ਇਹ ਇੱਕ ਗੁਪਤ ਹਥਿਆਰ ਵਾਂਗ ਕੰਮ ਕਰਦੀਆਂ ਨੇ। ਪਹਿਲਾਂ, ਬੋਰਡ ਦੇ ਪੇਪਰ ਨੂੰ ਦੁਸ਼ਮਣ ਨਾ ਸਮਝੋ, ਇੱਕ ਮੌਕਾ ਸਮਝੋ। ਦੂਜਾ, ਘੱਟੋ-ਘੱਟ 7 ਘੰਟੇ ਦੀ ਨੀਂਦ ਜ਼ਰੂਰ ਲਓ। ਤੀਜਾ, ਮੋਬਾਈਲ ਫੋਨ ਲਈ ਇੱਕ ਪੱਕਾ ਟਾਈਮ ਲਿਮਿਟ ਸੈੱਟ ਕਰੋ। ਤੇ ਸਭ ਤੋਂ ਜ਼ਰੂਰੀ, ਆਪਣੀ ਤੁਲਨਾ ਦੂਜਿਆਂ ਨਾਲ ਕਰਨੀ ਬਿਲਕੁਲ ਬੰਦ ਕਰ ਦਿਓ। ਤਾਂ ਇੰਨੀਆਂ ਸਾਰੀਆਂ ਗੱਲਾਂ ਸੁਣ ਕੇ ਹੋ ਸਕਦਾ ਲੱਗੇ ਕਿ ਇਹ ਤਾਂ ਬਹੁਤ ਔਖਾ ਕੰਮ ਏ, ਪਰ ਸੱਚ ਦੱਸਾਂ, ਅਸਲ 'ਚ ਫਾਰਮੂਲਾ ਬਹੁਤ ਹੀ ਸਿੰਪਲ, ਬਹੁਤ ਹੀ ਸਿੱਧਾ ਜਿਹਾ ਏ। ਤੇ ਉਹ ਫਾਰਮੂਲਾ ਕੀ ਏ? ਮੈਰਿਟ ਬਰਾਬਰ ਹੈ ਰੋਜ਼ਾਨਾ ਦੀ ਇਕਸਾਰਤਾ, ਯਾਨੀ ਡੇਲੀ ਕੰਸਿਸਟੈਂਸੀ, ਜਮਾ ਸਹੀ ਰਣਨੀਤੀ। ਜਦੋਂ ਇਹ ਦੋਵੇਂ ਚੀਜ਼ਾਂ ਮਿਲ ਜਾਂਦੀਆਂ ਨੇ ਤਾਂ ਨਤੀਜਾ ਸ਼ਾਨਦਾਰੀ ਹੁੰਦਾ ਏ। ਇਸ ਲਈ ਇਹ ਸਾਰਾ ਬਲੂਪ੍ਰਿੰਟ ਇਸੇ ਲਈ ਏ ਕਿ ਇਸ ਨੂੰ ਫੋਲੋ ਕੀਤਾ ਜਾਵੇ, ਕਿਉਂਕਿ ਜੇ ਇਸ ਤਰੀਕੇ ਨਾਲ ਚੱਲਿਆ ਜਾਵੇ ਤਾਂ ਟੌਪ 10 ਜਾਂ ਟੌਪ 50 'ਚ ਆਉਣਾ ਕੋਈ ਸੁਪਨਾ ਨਹੀਂ ਰਹਿ ਜਾਂਦਾ। ਇਹ ਇੱਕ ਅਜਿਹਾ ਟੀਚਾ ਬਣ ਜਾਂਦਾ ਹੈ ਜਿਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਤਾਂ ਹੁਣ ਜਦੋਂ ਸਾਰਾ ਰੋਡਮੈਪ ਸਾਹਮਣੇ ਹੈ, ਸਭ ਤੋਂ ਵੱਡਾ ਸਵਾਲ ਇਹ ਬਚਦਾ ਹੈ ਕਿ ਅੱਜ ਇਸੇ ਵੇਲੇ ਇਸ ਨੂੰ ਸ਼ੁਰੂ ਕਰਨ ਲਈ ਪਹਿਲਾ ਕਦਮ ਕਿਹੜਾ ਚੁੱਕਿਆ ਜਾ ਰਿਹਾ ਹੈ।